संगत नूं विचे दोषी मेन है लौंगोवाल है जो प्रधान बनया वा IGPC का ते विचे हरप्रीत जिहड़ा जथेदार जिहदे वा पदवी मिली भी लेकिन ये दिहाड़ीदार बंदा जथेदारी दे लायक नहीं लेकिन इनू जथेदारी मिल गई लेकिन उसनूं सही तरीके नाल निभा सकिया ते उस तो वध के इस इंसान ने जुल्म करे। गुरु ग्रंथ साहब महाराज जियां दा इन्हां ने संगत नूं हिसाब नहीं दिता ਉਹ ਅਤੇ ਤਸ਼ੱਦਦ ਕੀਤੇ ਸੰਗਤ ਤੇ ਬੈਠੀ ਤੇ ਉਸ ਦੇ ਰੋਸ ਵਜੋਂ ਅਸੀਂ ਇਹਨਾਂ ਦਾ ਪਾਪੀਆਂ ਦਾ ਪੁਤਲਾ ਜਾਲਿਆ ਜਿਨ੍ਹਾਂ ਨੂੰ ਆਪਣੇ ਗੁਰੂ ਨਾਲ ਪਿਆਰ ਹੈ। ਉਹ ਲੋਕ ਤੁਹਾਡੇ ਤੋਂ ਹਿਸਾਬ ਮੰਗਦੇ ਤੁਹਾਨੂੰ ਹਿਸਾਬ ਦੇਣਾ ਪਊਗਾ ਹਰ ਕੀਮਤ 'ਚ ਦੇਣਾ ਪਊਗਾ। ਜਿਹੜੇ ਤੁਸੀਂ ਗੁੰਡਾ ਫੋਰਸਾਂ ਬਣਾਈਆਂ ਏ ਇਹ ਉਹ ਨਾ ਹੋਵੇ ਫਿਰ ਸਾਨੂੰ ਉਹਨਾਂ ਦੇ ਸਿਰ ਕਲਮ ਕਰਨੇ ਪੈਣ। ਜਥੇਦਾਰ ਸਾਹਿਬ ਬਹੁਤ ਸਤਿਕਾਰਯੋਗ ਅਕਾਲ ਤਖਤ ਦੇ ਜਥੇਦਾਰ ਆ ਸਤਿਕਾਰ ਕੀਤਾ ਜਾਂਦਾ ਸਿੱਖ ਕੌਮ ਵੱਲੋਂ ਉਹਨਾਂ ਵੱਲੋਂ ਹੁਕਮਨਾਮੇ ਵੀ ਜਾਰੀ ਕੀਤੇ ਜਾਂਦੇ ਆ ਤੇ ਤੁਸੀਂ ਅੱਜ ਪੁਤਲਾ ਫੂਕ ਕੇ ਕਿਤੇ ਨਾ ਕਿਤੇ ਕੀ ਲੱਗਦਾ ਕਿ ਸਿੱਖ ਕੌਮ ਦੀ ਬਦਨਾਮੀ ਹੋ ਰਹੀ ਹੈ ਸਿੱਖਾਂ ਦੇ ਪੁਤਲੇ ਫੂਕੀ ਜਾ ਰਹੇ। ਦਰਬਾਰ ਸਾਹਿਬ 'ਚ ਬੈਠੀ ਨਿਰਦੋਸ਼ ਸਿੱਖ ਸੰਗਤ ਬੀਬੀਆਂ ਬੱਚਿਆਂ ਨੂੰ ਭੈਣਾਂ ਨੂੰ ਕਿਸ ਤਰ੍ਹਾਂ ਕੁੱਟਿਆ ਅਤੇ ਉਹਨਾਂ ਨੂੰ ਗੰਦੀਆਂ ਗਾਲਾਂ ਕੱਢੀਆਂ ਗਈਆਂ ਉਦੋਂ ਇਹ ਇਨਸਾਨ ਕਿੱਥੇ ਮਰ ਗਏ। ਜੇ ਵਾਕਈ ਇਹ ਲੋਕ ਜਥੇਦਾਰੀ ਦੇ ਕਾਬਲ ਹੁੰਦੇ ਤਾਂ ਇਹਨਾਂ ਲੋਕਾਂ ਨੂੰ ਨੀਂਦ ਕਿੱਕਣਾ ਆ ਗਈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪਾਂ ਦਾ ਨਰਾਦਰ ਹੋਇਆ 328 ਸਰੂਪਾਂ ਦਾ ਔਰ ਮਰ ਜਾਣਾ ਚਾਹੀਦਾ ਇਸੇ ਜਥੇਦਾਰ ਨੂੰ ਜਿਹੜਾ ਗੁਰੂ ਦੀ ਗੋਲਕ ਦੇ ਵਿੱਚੋਂ ਰੁਪਈਏ ਲੈ ਕੇ ਆਪਣੇ ਘਰ ਪਾਲਦਾ ਅਤੇ ਮੁੜ ਕੇ ਬੋਲਣ ਦੇ ਮਾਰੇ ਅੰਦਰ ਲੁਕ ਜਾਂਦਾ। ਉਹ ਕਹਿੰਦੇ ਹਮਲਾ ਤਾਂ ਜਿਹੜਾ ਹੈਗਾ ਜਥੇਬੰਦੀਆਂ ਨੇ ਕੀਤਾ ਜਿਹੜਾ ਗੇਟ ਨੂੰ ਜੰਦਾ ਲਾਤਾ IGPC ਦੇ ਦਫ਼ਤਰ ਨੂੰ ਗੇਟ ਨੂੰ ਜੰਦਾ ਲਾਤਾ ਕਿ ਜਦੋਂ ਕਿਸੇ ਦੇ ਘਰ ਦੇ ਕੋਈ ਆ ਕੇ ਜੰਦੇ ਲਾਉਂਗਾ ਹਮਲਾ ਕਰੂੰਗਾ ਤਾਂ ਉਹਦਾ ਜਵਾਬ ਤਾਂ ਦੇਣਾ ਹੀ ਪੈਣਾ। ਫਿਰ ਸ੍ਰੀ ਭੱਠਾ ਸਾਹਿਬ ਗੁਰੂ ਘਰ ਤੋਂ ਲੈ ਕਰਕੇ ਆਨੰਦਪੁਰ ਸਾਹਿਬ ਗੁਰੂ ਘਰ ਤੱਕ ਇਹਨਾਂ ਦੇ ਜੋ ਵੀ IGPC ਦੇ ਗੁਰੂ ਘਰ ਹੈ ਮੈਂ ਦਰਜਣਾ ਇਹਨਾਂ ਦੇ ਜਿਹੜੇ ਉੱਥੇ ਮੇਨ ਸੇਵਾ ਕਰਦੇ ਆ ਉਹ ਜੇ ਇਹਨਾਂ ਦੇ ਸਾਰੇ ਹੀ ਨਸ਼ੇ ਦੇ ਵਿੱਚ ਗਲਤਾਨ ਦਰਜਣਾ ਬੰਦੇ ਦੱਸ ਸਕਦਾ ਵੀ ਹਾਂ ਇਹ ਨਸ਼ਾ ਕਰਕੇ ਚਾਹੇ ਸਟੇਜਾਂ ਪਰ ਬੋਲਦੇ ਚਾਹੇ ਕੁਛ ਕਰਦੇ ਨਸ਼ਾ ਕਰਕੇ ਦਾਰੂ ਦਾ ਸੇਵਨ ਕਰਦੇ। IGPC ਦਾ ਕਹਿਣਾ ਹੈ ਅਕਾਲੀ ਲੀਡਰਾਂ ਦਾ ਕਹਿਣਾ ਕਿ ਇੱਕ ਧਾਰਮਿਕ ਸਥਾਨ ਆ ਸ਼ਾਂਤੀ ਦਾ ਸਥਲ ਆ ਉੱਥੇ ਹੁੱਲੜਬਾਜ਼ੀ ਕੀਤੀ ਗਈ ਜਥੇਬੰਦੀਆਂ ਵੱਲੋਂ ਵਿੱਚ ਇਹ ਵੀ ਇਲਜ਼ਾਮ ਲੱਗ ਰਹੇ ਆ ਕਿ ਕਾਂਗਰਸ ਵੱਲੋਂ ਬਿਠਾਏ ਗਿਆ ਜਾਂ ਵਿਰੋਧੀ ਪਾਰਟੀਆਂ ਵੱਲੋਂ ਇਹ ਬਿਠਾਇਆ ਗਿਆ ਤਾਂ ਕਿ ਜਿਹੜਾ IGPC ਨੂੰ ਬਦਨਾਮ ਕੀਤਾ ਜਾ ਸਕੇ ਅਕਾਲੀ ਦਲ ਨੂੰ ਬਦਨਾਮ ਕੀਤਾ ਜਾ ਸਕੇ। ਉਹ ਤਾਂ 41 ਦਿਨ ਤੋਂ ਬੈਠੇ ਆ ਸ਼ਾਂਤਮਈ ਬੈਠੇ ਆ ਲੇਕਿਨ ਹੁੱਲੜਬਾਜ਼ ਇਹ ਲੋਕ ਆ ਨਰੈਣੂ ਦੇ ਵਾਸਤੇ ਜਿਹੜਾ ਹੁਣ ਵੀ ਹਿਸਾਬ ਨਹੀਂ ਹਿਸਾਬ ਦੇਵੇ ਆ ਕੇ ਮੂਰੇ ਹਰਪ੍ਰੀਤ ਜੇ ਜਥੇਦਾਰ ਬਣਦਾ ਤਾਂ ਹਿਸਾਬ ਦੇਵੇ ਸਿੱਖ ਪੰਥ ਨੂੰ। ਅਸੀਂ ਇਹਨਾਂ ਦਾ ਪੁਤਲਾ ਜਾਲਿਆ ਇਹ ਸਾਨੂੰ ਹਿਸਾਬ ਦੇਵੇ ਅਸੀਂ ਰੋਪੜ ਦੀ ਧਰਤੀ ਤੋਂ ਆਵਾਜ਼ ਉਠਾਈ ਹੈ ਜਦੋਂ ਮਰਜ਼ੀ ਮੈਂ ਕਹਿੰਦਾ ਕਿਸੇ TV ਪਰ ਆ ਕੇ ਬੈਠ ਜਾਵੇ ਸਾਡੇ ਬਰਾਬਰ ਸਾਨੂੰ 1 ਮਹੀਨਾ ਸੇਵਾ ਦੇ ਕੇ ਦੇਖ ਲਵੇਂ ਅਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਰੱਖ ਦੂੰਗੇ ਮੁੜ ਕੇ ਮੈਂ ਕਹਿੰਦਾ ਕੋਈ ਵੀ ਇਨਸਾਨ ਜਥੇਦਾਰੀ ਦੀ ਪਦਵੀ ਪਰ ਉਂਗਲ ਨਹੀਂ ਚੱਕ ਸਕਦਾ ਜਥੇਦਾਰੀ ਦੀ ਪਦਵੀ ਪਰ ਉਂਗਲ। ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਧਰਨਾ ਦੇ ਰਹੀਆਂ ਸਿੱਖ ਜਥੇਬੰਦੀਆਂ ਦੀ IGPC ਨਾਲ ਹੋਈ ਝੜਪ ਤੋਂ ਬਾਅਦ ਅੱਜ ਰੂਪਨਗਰ ਵਿਖੇ ਸਿੱਖਾਂ ਵੱਲੋਂ ਸਿੱਖ ਨੌਜਵਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਪੁਤਲਾ ਫੂਕੇ ਜਾ ਰਿਹਾ IGPC ਪ੍ਰਧਾਨ ਦਾ ਤੇ ਜਥੇਦਾਰ ਸਾਹਿਬ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕੀ ਹੈ ਸਾਰਾ ਮਾਮਲਾ ਗੱਲ ਕਰਦੇ ਆ ਕਿ ਆਖਰ ਗੱਲਬਾਤ ਕੀ ਹੈ ਸਾਰੀ। ਸਤਿ ਸ਼੍ਰੀ ਅਕਾਲ ਜੀ ਕੀ ਨਾਮ? ਮੇਰਾ ਨਾਮ ਰੇਸ਼ਮ ਸਿੰਘ ਖਾਲਸਾ ਹੈ ਜੀ। ਸਰ ਅੱਜ ਪੁਤਲਾ ਫੂਕਿਆ ਗਿਆ ਕਿਉਂ ਫੂਕਿਆ ਗਿਆ ਕੀ ਕਾਰਨ ਇਹਦੇ ਪਿੱਛੇ? ਇਹ ਬੜੀ ਦੁੱਖ ਦੀ ਗੱਲ ਹੈ ਜੀ ਸਾਡੇ ਵਾਸਤੇ ਵੀ ਸਾਡਾ ਜਿੱਥੇ ਦਿਲ ਵੀ ਨਹੀਂ ਮੰਨਦਾ ਉਹਨਾਂ ਚੀਜ਼ਾਂ 'ਤੇ ਅਸੀਂ ਜਾ ਰਹੇ ਕਿਉਂਕਿ ਜਦੋਂ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਬੜਾ ਅਪਮਾਨ ਕੀਤਾ ਇਹਨਾਂ ਲੋਕਾਂ ਨੇ ਅਤੇ 328 ਸਰੂਪਾਂ ਦਾ ਹਿਸਾਬ ਦੇਣ ਦੀ ਬਜਾਏ ਗੁਰੂ ਕੀ ਸੰਗਤ ਨੂੰ ਵਿੱਚੇ ਦੋਸ਼ੀ ਮੇਨ ਹੈ ਲੌਂਗੋਵਾਲ ਹੈ ਜੋ ਪ੍ਰਧਾਨ ਬਣਿਆ ਵਾ IGPC ਦਾ ਤੇ ਵਿੱਚੇ ਹਰਪ੍ਰੀਤ ਜਿਹੜਾ ਜਥੇਦਾਰ ਜਿਹਦੇ ਵਾ ਪਦਵੀ ਮਿਲੀ ਵੀ ਲੇਕਿਨ ਇਹ ਦਿਹਾੜੀਦਾਰ ਬੰਦਾ ਜਥੇਦਾਰੀ ਦੇ ਲਾਇਕ ਨਹੀਂ ਲੇਕਿਨ ਇਹਨੂੰ ਜਥੇਦਾਰੀ ਮਿਲ ਗਈ ਲੇਕਿਨ ਇਹ ਉਸ ਨੂੰ ਸਹੀ ਤਰੀਕੇ ਨਾਲ ਨਿਭਾ ਸਕਿਆ ਤੇ ਉਸ ਤੋਂ ਵੱਧ ਕੇ ਇਸ ਇਨਸਾਨ ਨੇ ਜ਼ੁਲਮ ਕਰੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਇਹਨਾਂ ਨੇ ਸੰਗਤ ਨੂੰ ਹਿਸਾਬ ਨਹੀਂ ਦਿੱਤਾ ਉਹ ਅਤੇ ਤਸ਼ੱਦਦ ਕੀਤੇ ਸੰਗਤ ਤੇ ਬੈਠੀ ਤੇ ਉਸ ਦੇ ਰੋਸ ਵਜੋਂ ਅਸੀਂ ਇਹਨਾਂ ਦਾ ਪਾਪੀਆਂ ਦਾ ਪੁਤਲਾ ਜਾਲਿਆ ਵੀ ਕੱਲੀ ਅੰਮ੍ਰਿਤਸਰ ਵਿਖੇ ਜੋ ਸੰਗਤ ਬੈਠੀ ਉਹ ਇਨਸਾਫ ਨਹੀਂ ਮੰਗਦੀ। ਪੰਜਾਬ ਦੇ ਕੋਨੇ-ਕੋਨੇ ਵਿੱਚ ਗੁਰੂ ਕੇ ਸਿੰਘ ਹੈ ਜਿਹੜੇ ਦਰਦੀ ਹੈ ਜਿਨ੍ਹਾਂ ਨੂੰ ਆਪਣੇ ਗੁਰੂ ਨਾਲ ਪਿਆਰ ਹੈ ਉਹ ਲੋਕ ਤੁਹਾਡੇ ਤੋਂ ਹਿਸਾਬ ਮੰਗਦੇ ਤੁਹਾਨੂੰ ਹਿਸਾਬ ਦੇਣਾ ਪਊਗਾ ਹਰ ਕੀਮਤ 'ਚ ਦੇਣਾ ਪਊਗਾ। ਜਿਹੜੇ ਤੁਸੀਂ ਗੁੰਡਾ ਫੋਰਸਾਂ ਬਣਾਈਆਂ ਏ ਇਹ ਉਹ ਨਾ ਹੋਵੇ ਫਿਰ ਸਾਨੂੰ ਉਹਨਾਂ ਦੇ ਸਿਰ ਕਲਮ ਕਰਨੇ ਪੈਣ ਕਿਉਂਕਿ ਹੁਣ ਜਵਾਬ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਪੈਣਾ ਆਉਂਦੇ ਭਵਿੱਖ ਦੇ ਵਿੱਚ। ਜਥੇਦਾਰ ਸਾਹਿਬ ਬਹੁਤ ਸਤਿਕਾਰਯੋਗ ਅਕਾਲ ਤਖਤ ਦੇ ਜਥੇਦਾਰ ਆ ਸਤਿਕਾਰ ਕੀਤਾ ਜਾਂਦਾ ਸਿੱਖ ਕੌਮ ਵੱਲੋਂ ਉਹਨਾਂ ਵੱਲੋਂ ਹੁਕਮਨਾਮੇ ਵੀ ਜਾਰੀ ਕੀਤੇ ਜਾਂਦੇ ਆ ਤੇ ਤੁਸੀਂ ਅੱਜ ਪੁਤਲਾ ਫੂਕ ਕੇ ਕਿਤੇ ਨਾ ਕਿਤੇ ਕੀ ਲੱਗਦਾ ਕਿ ਸਿੱਖ ਕੌਮ ਦੀ ਬਦਨਾਮੀ ਹੋ ਰਹੀ ਹੈ ਸਿੱਖਾਂ ਦੇ ਪੁਤਲੇ ਫੂਕੀ ਜਾ ਰਹੇ ਆ? ਦੇਖੋ ਜੀ ਇਹ ਤਾਂ ਉਹਨਾਂ ਨੂੰ ਲੋਕਾਂ ਨੂੰ ਸੋਚਣਾ ਚਾਹੀਦਾ ਵੀ ਜਿਨ੍ਹਾਂ ਨੇ ਦਰਬਾਰ ਸਾਹਿਬ 'ਚ ਬੈਠੀ ਨਿਰਦੋਸ਼ ਸਿੱਖ ਸੰਗਤ ਬੀਬੀਆਂ ਬੱਚਿਆਂ ਨੂੰ ਭੈਣਾਂ ਨੂੰ ਕਿਸ ਤਰ੍ਹਾਂ ਕੁੱਟਿਆ ਅਤੇ ਉਹਨਾਂ ਨੂੰ ਗੰਦੀਆਂ ਗਾਲਾਂ ਕੱਢੀਆਂ ਗਈਆਂ
ਉਸ ਉਦੋਂ ਇਹ ਇਨਸਾਨ ਕਿੱਥੇ ਮਰ ਗਏ ਤੇ ਕਿਉਂਕਿ ਇਹਨਾਂ ਇਨਸਾਨਾਂ ਨੇ ਜਿਹੜਾ ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਹਮੇਸ਼ਾ ਹੀ ਸਾਡੀ ਸ਼ਾਨ ਰਹੂਗਾ। ਲੇਕਿਨ ਜਦੋਂ ਇਹਨਾਂ ਲੋਕਾਂ ਨੇ ਕਬਜ਼ਾ ਕਰ ਲਿਆ, ਇੱਕ ਦਿਹਾੜੀਦਾਰ ਬੰਦੇ ਉੱਠ ਕੇ ਉੱਥੇ ਜਥੇਦਾਰ ਥਾਪ ਦਿੱਤੇ ਗਏ, ਜਿਨ੍ਹਾਂ ਲੋਕਾਂ ਨੂੰ ਜਥੇਦਾਰੀ ਦੇ ਰੁਤਬੇ ਦਾ ਗਿਆਨ ਹੀ ਨਹੀਂ ਹੈਗਾ। ਜੇ ਵਾਕਈ ਇਹ ਲੋਕ ਜਥੇਦਾਰੀ ਦੇ ਕਾਬਲ ਹੁੰਦੇ ਤਾਂ ਇਹਨਾਂ ਲੋਕਾਂ ਨੂੰ ਨੀਂਦ ਕਿੱਕਣਾ ਆ ਗਈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪਾਂ ਦਾ ਨਰਾਦਰ ਹੋਇਆ, 328 ਸਰੂਪਾਂ ਦਾ, ਔਰ ਮਰ ਜਾਣਾ ਚਾਹੀਦਾ ਇਸੇ ਜਥੇਦਾਰ ਨੂੰ ਜਿਹੜਾ ਗੁਰੂ ਦੀ ਗੋਲਕ ਦੇ ਵਿੱਚੋਂ ਰੁਪਈਏ ਲੈ ਕੇ ਆਪਣੇ ਘਰ ਪਾਲਦਾ ਅਤੇ ਮੁੜ ਕੇ ਬੋਲਣ ਦੇ ਮਾਰੇ ਅੰਦਰ ਲੁਕ ਜਾਂਦਾ। ਤੇ ਉੱਤੋਂ ਦੀ ਮੇਰੇ ਖਿਆਲ 'ਚ ਇਹ ਇਨਸਾਨ ਆਪਣਾ ਅਕਾਲੀ ਬਾਬਾ ਫੂਲਾ ਸਿੰਘ ਜੀਆਂ ਦੀ ਪਦਵੀ ਨੂੰ ਵੀ ਦਾਗਦਾਰ ਕਰ ਰਿਹਾ। ਮੇਰੇ ਖਿਆਲ 'ਚ ਇਹ ਬੰਦਾ ਦੋਸ਼ੀ ਹੈ, ਇਹਦੇ ਪੁਤਲੇ ਫੂਕਣੇ ਚਾਹੀਦੇ। ਐਸਜੀਪੀਸੀ ਦਾ ਕਹਿਣਾ ਕਿ ਜਾਂਚ ਚੱਲ ਰਹੀ ਹੈ, ਹਲੇ ਜਾਂਚ ਹੋਣ ਤੋਂ ਜਾਂਚ ਤੋਂ ਬਾਅਦ ਜਿਹੜਾ ਹੈਗਾ ਬੈਠ ਕੇ ਗੱਲਬਾਤ ਕੀਤੀ ਜਾ ਸਕਦੀ ਆ। ਤੇ ਤੁਸੀਂ ਹਮਲੇ ਦੀ ਜਿਹੜੀ ਗੱਲ ਕੀਤੀ ਆ, ਉਹ ਕਹਿੰਦੇ ਹਮਲਾ ਤਾਂ ਜਿਹੜਾ ਹੈਗਾ ਜਥੇਬੰਦੀਆਂ ਨੇ ਕੀਤਾ, ਜਿਹੜਾ ਗੇਟ ਨੂੰ ਜੰਦਾ ਲਾਤਾ, ਐਸਜੀਪੀਸੀ ਦੇ ਦਫ਼ਤਰ ਨੂੰ ਗੇਟ ਨੂੰ ਜੰਦਾ ਲਾਤਾ ਕਿ ਜਦੋਂ ਕਿਸੇ ਦੇ ਘਰ ਦੇ ਕੋਈ ਆ ਕੇ ਜੰਦੇ ਲਾਊਂਗਾ, ਹਮਲਾ ਕਰੂੰਗਾ ਤਾਂ ਉਹਦਾ ਜਵਾਬ ਤਾਂ ਦੇਣਾ ਹੀ ਪੈਣਾ। ਫਿਰ ਉਹਨਾਂ ਲੋਕਾਂ ਨੇ ਉੱਥੇ ਮਰਿਆਦਾ ਦਾ ਘਾਣ ਕੀਤਾ ਹੈ। ਜਿਹੜੇ ਨਿਰਦੋਸ਼ ਸੰਗਤ ਬੈਠੀ ਦੇਖੋ, ਦੁਮਾਲਾ ਤਾਰਿਆ ਗਿਆ ਸਿੰਘ ਦਾ। ਇਹ ਕਹਿੰਦੇ ਜੀ ਨਸ਼ੇ ਦਾ ਸੇਵਨ, ਕੁਛ ਇਲਜ਼ਾਮ ਲਾ ਰਹੇ, ਗਲਤ ਵੀਡੀਓ ਵੀ ਵਾਇਰਲ ਹੋ ਰਹੀਆਂ ਹਾਂ ਜੀ। ਇਹਨਾਂ ਲੋਕਾਂ ਨੂੰ ਚਾਹੀਦਾ ਵੀ ਜੇ ਵਾਕਈ ਉਹਨਾਂ ਨੂੰ ਲੱਗਦਾ ਵੀ ਹਾਂ ਕਿਸੇ ਨੇ ਡੋਪ ਟੈਸਟ ਕਰਵਾਓ, ਇਹ ਕਰਵਾ ਸਕਦੇ ਉੱਥੇ ਸੰਗਤ ਦਾ, ਕਿਸੇ ਦਾ ਵੀ, ਜੇ ਸਾਡਾ ਕਿਸੇ ਦਾ ਵੀ ਕਰਾਉਣਾ। ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸ੍ਰੀ ਭੱਠਾ ਸਾਹਿਬ ਸਾਤੋਂ ਨਜ਼ਦੀਕ ਹੈ। ਸ੍ਰੀ ਭੱਠਾ ਸਾਹਿਬ ਗੁਰੂ ਘਰ ਤੋਂ ਲੈ ਕਰਕੇ ਆਨੰਦਪੁਰ ਸਾਹਿਬ ਗੁਰੂ ਘਰ ਤੱਕ ਇਹਨਾਂ ਦੇ ਜੋ ਵੀ ਐਸਜੀਪੀਸੀ ਦੇ ਗੁਰੂ ਘਰ ਹੈ, ਮੈਂ ਦਰਜਣਾ ਇਹਨਾਂ ਦੇ ਜਿਹੜੇ ਉੱਥੇ ਮੇਨ ਸੇਵਾ ਕਰਦੇ ਆ, ਉਹ ਜੇ ਇਹਨਾਂ ਦੇ ਸਾਰੇ ਹੀ ਨਸ਼ੇ ਦੇ ਵਿੱਚ ਗਲਤਾਨ ਦਰਜਣਾ ਬੰਦੇ ਦੱਸ ਸਕਦਾ ਵੀ ਹਾਂ ਇਹ ਨਸ਼ਾ ਕਰਕੇ ਚਾਹੇ ਸਟੇਜਾਂ ਪਰ ਬੋਲਦੇ, ਚਾਹੇ ਕੁਛ ਕਰਦੇ, ਨਸ਼ਾ ਕਰਕੇ ਦਾਰੂ ਦਾ ਸੇਵਨ ਕਰਦੇ। ਹੁਣ ਭੱਠਾ ਸਾਹਿਬ ਦਾ ਇੱਕ ਖਜ਼ਾਨਚੀ ਮੈਨੇਜਰ ਜਿਹੜਾ ਸਾਰੀ ਰਾਤ ਨਾਲੀ ਦੇ ਵਿੱਚ ਦਾਰੂ ਦੇ ਵਿੱਚ ਲੱਥਪੱਥ ਹੋਇਆ ਪਿਆ ਰਿਹਾ। ਇਸ ਤਰ੍ਹਾਂ ਦੇ ਕੁਕਰਮੀ ਇਨਸਾਨ ਇਹ। ਮੈਂ ਕਹਿੰਦਾ ਇਹ ਆਪਣੇ ਡੋਪ ਟੈਸਟ ਕਰਾਵੇ, ਨਾਲ ਜਿਹੜੀ ਸੰਗਤ ਦੇ ਇਲਜ਼ਾਮ ਉੱਥੇ ਲੱਗਦੇ ਆ, ਚਾਹੇ ਉਹ ਖੋਸਾ ਜਾਂ ਕੋਈ ਵੀ ਹੋਵੇ, ਕਰਾਉਣੇ ਚਾਹੀਦੇ ਆ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਸੰਗਤ ਮੂਹਰੇ ਆਉਣਾ ਚਾਹੀਦਾ ਹੈ। ਜੇ ਕੋਈ ਦੋਸ਼ੀ ਹੈ, ਮੈਂ ਕਹਿੰਦਾ ਉਹਨੂੰ ਬਸ ਸਜ਼ਾ ਮਿਲੇ, ਚਾਹੇ ਕੋਈ ਉੱਥੇ ਕੁਝ ਵੀ ਹੈ, ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਐਸਜੀਪੀਸੀ ਦਾ ਕਹਿਣਾ, ਜਾਂ ਅਕਾਲੀ ਲੀਡਰਾਂ ਦਾ ਕਹਿਣਾ ਕਿ ਇੱਕ ਧਾਰਮਿਕ ਸਥਾਨ ਆ, ਸ਼ਾਂਤੀ ਦਾ ਸਥਲ ਆ, ਉੱਥੇ ਹੁੱਲੜਬਾਜ਼ੀ ਕੀਤੀ ਗਈ ਜਥੇਬੰਦੀਆਂ ਵੱਲੋਂ। ਵਿੱਚ ਇਹ ਵੀ ਇਲਜ਼ਾਮ ਲੱਗ ਰਿਹਾ ਕਿ ਕਾਂਗਰਸ ਵੱਲੋਂ ਬਿਠਾਏ ਗਿਆ ਜਾਂ ਵਿਰੋਧੀ ਪਾਰਟੀਆਂ ਵੱਲੋਂ ਇਹ ਬਿਠਾਏ ਗਿਆ ਤਾਂ ਕਿ ਜਿਹੜਾ ਐਸਜੀਪੀਸੀ ਨੂੰ ਬਦਨਾਮ ਕੀਤਾ ਜਾ ਸਕੇ, ਅਕਾਲੀ ਦਲ ਨੂੰ ਬਦਨਾਮ ਕੀਤਾ ਜਾ ਸਕੇ। ਕਿਵੇਂ ਦੇਖਦੇ ਹੋ? ਇਹ ਲੋਕ ਜਿਹੜੇ ਦੁਸ਼ਟ ਲੋਕ ਹੈ, ਇਸ ਤਰ੍ਹਾਂ ਦੇ ਇਲਜ਼ਾਮ ਲਾਉਣੇ, ਉਹ ਸ਼ਾਂਤੀ ਦਾ ਪ੍ਰਤੀਕ ਹੈ। ਲੇਕਿਨ ਉੱਥੋਂ ਹੀ ਸਾਡੀ ਕੋਈ ਵੀ ਰਾਜਨੀਤੀ, ਸਾਡੀ ਰੂਪ ਰੇਖਾ ਵੀ ਅਕਾਲ ਤਖਤ ਸਾਹਿਬ ਤੋਂ ਲੁਕਣੀ ਜਾਣੀ ਹੈ। ਜਦੋਂ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉੱਥੋਂ ਮੋਰਚਿਆਂ ਲਈ ਸੰਗਤ ਭੇਜਦੇ ਸਨ, ਉਦੋਂ ਉੱਥੇ ਕਿਆ ਹੁੰਦਾ ਸੀ? ਕਿਉਂਕਿ ਸਿੱਖ ਸੰਗਤ ਨੇ ਤਾਂ ਹਮੇਸ਼ਾ ਉੱਥੋਂ ਹੀ ਤੁਰਨਾ ਇਜਾਜ਼ਤ ਲੈ ਕੇ। ਇਹ ਹੁੱਲੜਬਾਜ਼ੀ ਨਹੀਂ ਹੈਗੀ। ਉਹ ਤਾਂ 41 ਦਿਨ ਤੋਂ ਬੈਠੇ ਆ, ਸ਼ਾਂਤਮਈ ਬੈਠੇ ਆ। ਲੇਕਿਨ ਹੁੱਲੜਬਾਜ਼ ਇਹ ਲੋਕ ਹੈ, ਨਰੈਣੂ ਦੇ ਵਾਰਸ, ਜਿਹੜਾ ਹੁਣ ਵੀ ਹਿਸਾਬ ਨਹੀਂ, ਹਿਸਾਬ ਦੇਵੇ ਆ ਕੇ ਮੂਰੇ। ਹਰਪ੍ਰੀਤ ਜੇ ਜਥੇਦਾਰ ਬਣਦਾ ਤਾਂ ਹਿਸਾਬ ਦੇਵੇ ਸਿੱਖ ਪੰਥ ਨੂੰ। ਉਹ ਲੌਂਗੋਵਾਲ ਕਹਿੰਦਾ ਇਹਨਾਂ ਹਿਸਾਬ ਦੇਣਾ ਚਾਹੀਦਾ। ਇਹ ਨਹੀਂ ਨਾ ਹੈਗਾ ਇਲਜ਼ਾਮ ਲਾ ਦੇਣੇ ਚਾਹੀਦੇ ਨੇ ਉਲਟੇ। ਜੇ ਸਿੰਘ ਨਿਰਦੋਸ਼ ਉੱਥੇ ਸਵਾਲ ਜਵਾਬ ਕਰਦੇ, ਹੁਣ ਅਸੀਂ ਮੰਗਿਆ ਇੱਥੇ, ਅਸੀਂ ਇਹਨਾਂ ਦਾ ਪੁੱਤਰ ਜਾਲਿਆ, ਇਹ ਸਾਨੂੰ ਹਿਸਾਬ ਦੇਵੇਂ। ਅਸੀਂ ਰੋਪੜ ਦੀ ਧਰਤੀ ਤੋਂ ਆਵਾਜ਼ ਉਠਾਈ ਹੈ। ਜਦੋਂ ਮਰਜ਼ੀ ਮੈਂ ਕਹਿੰਦਾ ਕਿਸੇ ਟੀਵੀ ਪਰ ਆ ਕੇ ਬੈਠ ਜਾਵੇ ਸਾਡੇ ਬਰਾਬਰ। ਔਰ ਮੈਂ ਕਹਿੰਦਾ 1 ਮਹੀਨੇ ਬਾਅਦ ਸਾਨੂੰ ਸੇਵਾ ਦੇ ਦੇਵੇ ਚੌਕੀਦਾਰੇ ਦੀ, ਸਵਾਰਥੋਂ ਤੋਂ ਬਿਨਾਂ। ਸਿੱਖ ਧਰਮ ਦਾ ਚੌਕੀਦਾਰ ਸਿੱਖ, ਇਹ ਸਵਾਰਥੋਂ ਤੋਂ ਬਿਨਾਂ ਇੱਕ ਚੌਕੀਦਾਰ ਹੈ। ਅਸੀਂ ਜੇ ਧਰਮ ਦੀ ਗੱਲ ਕਰੀ, ਜੇ ਅਕਾਲੀ ਦੀ ਪਰਿਭਾਸ਼ਾ ਮੈਂ ਤੁਹਾਨੂੰ ਦੱਸਣ ਲੱਗਾ, ਲੇਕਿਨ ਸਾਨੂੰ 1 ਮਹੀਨਾ ਸੇਵਾ ਦੇ ਕੇ ਦੇਖ ਲਵੇਂ, ਅਸੀਂ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਕੇ ਰੱਖ ਦੂੰਗੇ। ਮੁੜ ਕੇ ਮੈਂ ਕਹਿੰਦਾ ਕੋਈ ਵੀ ਇਨਸਾਨ ਜਥੇਦਾਰੀ ਦੀ ਪਦਵੀ ਪਰ ਉਂਗਲ ਨਹੀਂ ਚੱਕ ਸਕਦਾ, ਜਥੇਦਾਰੀ ਦੀ ਪਦਵੀ ਪਰ ਉਂਗਲ, ਕਿਉਂਕਿ ਇਹ ਲੋਕ ਪਾਪੀਆਂ ਨੇ ਉਂਗਲ ਚਕਾਈ ਹੈ। ਕੀ ਮੰਗ ਕਰਦੇ ਹੋ ਤੁਸੀਂ? ਮੈਂ ਮੰਗ ਕਰਦਾ ਵੀ ਇਹਨਾਂ ਲੋਕਾਂ ਨੂੰ, ਦੁਸ਼ਟਾਂ ਨੂੰ ਉਹ ਪਦਵੀ ਛੱਡ ਦੇਣੀ ਚਾਹੀਦੀ ਹੈ। ਜਥੇਦਾਰੀ ਦੀ ਬਹੁਤ ਮਹਾਨ ਪਦਵੀ ਹੈ ਸਿੱਖ ਪੰਥ ਦੇ ਵਿੱਚ। ਤੁਸੀਂ ਆਪਣੇ ਵੱਡੇ ਵਡੇਰਿਆਂ ਦਾ ਨਾਮ ਨੂੰ ਨਾ ਰੋਲ ਕਲੰਕਿਤ ਨਾ ਕਰੋ। ਜੇ ਤੁਹਾਤੇ ਸੇਵਾ ਨਹੀਂ ਹੁੰਦੀ, ਜੇ ਤੁਹਾਨੂੰ ਪੈਸੇ ਦੇ ਲਾਲਚ ਹੈ ਵੀ ਮੇਰੀ ਮਹੀਨੇ ਬਾਅਦ ਇੰਨਾ ਪੈਸਾ ਮੇਰੀ ਅਕਾਊਂਟ 'ਚ ਪੈ ਜਾਣਾ ਚਾਹੀਦਾ, ਤੁਹਾਨੂੰ ਪੰਥ ਨੇ ਵੈਸੇ ਹੀ ਪੈਸਾ ਦੇ ਦੇਣਾ। ਤੁਸੀਂ ਉਹ ਜਥੇਦਾਰੀ ਤੋਂ, ਆਪਣਾ ਕੁਰਸੀਆਂ ਤੋਂ ਲਾਂਭੇ ਹੋ ਜੋ, ਕਿਉਂਕਿ ਚੰਗੀ ਸੋਚ ਵਾਲੇ ਇਨਸਾਨ ਉੱਥੇ ਬੈਠਣ, ਜੋ ਪੰਥ ਨੂੰ ਸਹੀ ਦਿਸ਼ਾ ਦੇਣ, ਅਤੇ ਜੋ ਨਰਾਦਰ ਪਿਛਲੇ ਸਮੇਂ ਦੇ ਵਿੱਚ ਹੋਇਆ ਉਹ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਕੇ ਦੇਣ। ਕਿਉਂਕਿ ਮੁਲਾਜ਼ਮਾਂ ਦੇ ਵਿੱਚ ਜਿਹੜੇ ਬੰਦੇ ਲੱਗੇ ਵੇ, ਪਿੱਛੇ ਜੇ ਕਮਲਜੀਤ ਨੇ ਵੀ ਇਲਜ਼ਾਮ ਲਾਇਆ ਵੀ ਸਾਰਾ ਕੁਝ ਇਹਨਾਂ ਦੀ ਮਿਲੀ ਭੁਗਤ ਨਾਲ ਹੋਇਆ। ਇਹ ਸਰੂਪ ਪਤਾ ਨਹੀਂ ਇਹਨਾਂ ਨੇ ਕਿੱਥੇ ਤੇ ਪਹੁੰਚਾਏ, ਲੇਕਿਨ ਹਿਸਾਬ ਦੇਣੇ ਦੇ ਮਾਰੇ ਲੋਕ, ਕਿਉਂਕਿ ਸਾਰੇ ਹੀ ਪਾਪੀ ਹੈ ਨਾ, ਜਦੋਂ ਕੁੱਤੀ ਚੋਲਾਂ ਨਾਲ ਰਲ ਗਈ ਫਿਰ ਸਭ ਕੁਝ ਸਿਸਟਮ ਹੀ ਖਰਾਬ ਹੋ ਗਿਆ। ਕਿਹੜੀ ਜਥੇਬੰਦੀ ਹੈ ਤੁਹਾਡੀ? ਅਸੀਂ ਇਲਾਕੇ ਦੇ ਵਿੱਚੋਂ ਨੌਜਵਾਨ ਆਪਣਾ ਸਿੱਖ ਇਕੱਠੇ ਹੋ ਕੇ ਸਾਡੀ ਕੋਈ ਜਥੇਬੰਦੀ ਨਹੀਂ, ਕੋਈ ਪਾਰਟੀ ਨਹੀਂ। ਇੱਕ ਦਰਦ ਲੈ ਕੇ ਆਵਾਜ਼ ਚੱਕੀ, ਆਵਾਜ਼ ਵੀ ਤਾਂ ਚੱਕਣੀ ਪਈ, ਇਹ ਕੰਮ ਨਹੀਂ ਸੀ ਕਰਨਾ ਵੀ ਉਹਨਾਂ ਲੋਕਾਂ ਨੂੰ ਦੱਸਣਾ ਚਾਹੀਦਾ। ਅਸੀਂ ਚਾਹੁੰਦੇ ਹਾਂ ਵੀ ਇਕੱਲਾ ਅੰਮ੍ਰਿਤਸਰ ਦੀ ਧਰਤੀ ਤੋਂ ਆਵਾਜ਼ ਨਹੀਂ ਉੱਠੀ, ਅਸੀਂ ਰੋਪੜ ਦੀ ਧਰਤੀ ਤੋਂ ਆਵਾਜ਼ ਉਠਾ ਰਹੇ ਹਾਂ ਵੀ ਸਾਨੂੰ ਇਨਸਾਫ ਮਿਲੇ।
ਇਹ ਗੁਰੂ ਦਾ ਖਾਲਸਾ ਇਕੱਠਾ ਹੋਇਆ ਵਾ ਇਹ ਉਹ ਸੰਘਰਸ਼ੀ ਸਿੰਘ ਇਕੱਠੇ ਹੋਏ ਮੈਂ ਜਿਹੜੇ ਗੁਰੂ ਦੀ ਦੇ ਸਤਿਕਾਰ ਲਈ ਤਤਪਰ ਹੈ। ਔਰ ਉਹ ਹਰ ਟਾਈਮ ਜਿੱਥੇ ਵੀ ਲੋੜ ਪੈਂਦੀ ਗੁਰੂ ਸਾਹਿਬ ਦੇ ਕਿਤੇ ਵੀ ਜਾਣਾ ਪੈਂਦਾ ਹਰ ਹਰ ਜਗ੍ਹਾ ਤੇ ਇਕੱਠੇ ਹੁੰਨੇ, ਪਖੰਡੀਆਂ ਦੇ ਡੇਰੇ ਵੀ ਬੰਦ ਕਰਾਉਨੇ। ਲੇਕਿਨ ਇਹ ਲੋਕ ਆਪਣੇ ਆਪ ਨੂੰ ਜਥੇਦਾਰ ਕਹਾਉਂਦੇ ਆ, ਪ੍ਰਧਾਨ ਕਹਾਉਂਦੇ। ਇਹਨਾਂ ਨੇ ਮੈਂ ਤੁਹਾਨੂੰ ਦਰਜਨਾਂ ਡੇਰੇ ਦੱਸ ਸਕਦਾ ਜਿਹੜੇ ਇਹਨਾਂ ਨੇ ਚਲਾਏ ਪਏ ਆ। ਇਹਨਾਂ ਦੀ ਸ਼ਹਿ ਪਰ ਚੱਲ ਰਹੇ ਪਖੰਡ ਦੀਆਂ ਦੁਕਾਨਾਂ। ਜੈਲ ਦਾ ਸਤਵਿੰਦਰ ਸਿੰਘ ਚੈੜੀਆਂ ਵੀ ਸ਼ਾਮਲ ਹੋਏ ਆ ਇਸ ਪ੍ਰਦਰਸ਼ਨ ਦੇ ਵਿੱਚ, ਤੁਸੀਂ ਵੀ ਸ਼ਾਮਲ ਹੋਏ ਹੋ। ਕੀ ਲੱਗਦਾ ਹੈ ਜਿਹੜੇ ਦੋਸ਼ ਲਗਾਏ ਜਾ ਰਹੇ ਆ ਐਜੀਪੀਸੀ ਪ੍ਰਧਾਨ ਵੱਲੋਂ ਕਿ ਕਾਂਗਰਸ ਸਪੋਰਟ ਕਰ ਰਹੀ ਆ, ਕਿਤੇ ਉਹ ਦੋਸ਼ ਸਹੀ ਤਾਂ ਨਹੀਂ ਕਿ ਕਾਂਗਰਸ ਆ, ਤੁਸੀਂ ਵੀ ਕਾਂਗਰਸ ਤੋਂ ਆ? ਦੇਖੋ ਅਸੀਂ ਪਹਿਲਾਂ ਸਿੱਖ ਹੈ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਤੇ ਉੱਥੇ ਕੋਈ ਸਿੱਖ ਜਿਹੜਾ ਕਿਸੇ ਵੀ ਉਹਦੇ 'ਚ ਹੋ ਸਕਦਾ। ਇਹਦੇ ਕਾਂਗਰਸ ਦਾ ਤਾਂ ਕੋਈ ਮਤਲਬ ਹੈ ਨਹੀਂ ਇਹਦੇ ਨਾਲ। ਕਿਸਾਨ ਜਥੇਬੰਦੀ, ਮੈਂ ਕਿਸਾਨ ਜਥੇਬੰਦੀਆਂ ਸੰਘਰਸ਼ ਲੜ ਰਿਹਾ ਕਿ ਉਹ ਮੈਂ ਕਾਂਗਰਸ ਨਹੀਂ ਲੜ ਸਕਦੀ? ਮੈਂ ਕਿਸਾਨ ਨਹੀਂ ਹੈਗਾ ਕਿ ਮੈਂ ਸਿੱਖ ਨਹੀਂ? ਮੈਂ ਅੰਮ੍ਰਿਤ ਛਕਿਆ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹਾਂ। ਮੈਂ ਇੱਕ ਸਿੱਖ ਹੋਣ ਦੇ ਨਾਤੇ ਉਰੇ ਸ਼ਾਮਲ ਹੋਇਆ, ਨਾ ਕਿ ਕਿਸੇ ਪਾਰਟੀ ਦੀ ਤਰਫ। ਪਹਿਲਾਂ ਤੁਸੀਂ ਸਿੱਖ ਹੋ ਫਿਰ ਕਾਂਗਰਸੀ? ਪਹਿਲਾਂ ਅਸੀਂ ਸਿੱਖ ਹਾਂ, ਸਾਡਾ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਮੰਨਦੇ, ਮੱਥਾ ਟੇਕਦੇ, ਰੋਜ਼ ਅਰਦਾਸ ਕਰਦੇ ਹਾਂ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਤੇ ਅਸੀਂ ਇੱਕ ਸਿੱਖ ਹਾਂ। ਸਿੱਖ ਹੋਣ ਦੇ ਨਾਤੇ ਅੱਜ ਮੈਂ ਸ਼ਾਮਲ ਹੋਇਆ ਤੇ ਕਿਸਾਨ ਜਥੇਬੰਦੀਆਂ ਸੰਘਰਸ਼ ਲੜ ਰਹੇ, ਉਹ ਇੱਕ ਕਿਸਾਨ ਦੇ ਤੌਰ ਤੇ ਲੜ ਰਹੇ ਕਿਉਂਕਿ ਅਸੀਂ ਕਿਸਾਨ ਆ। ਤੇ ਕਿਤੇ ਵੀ ਬੇਇਨਸਾਫੀ ਹੋਊਗੀ, ਸਾਡੇ 328 ਸਰੂਪਾਂ ਦਾ ਜੋ ਲਾਪਤਾ ਹੋਇਆ ਉਸ ਦਾ ਸਿੱਖ ਕੌਮ ਹਿਸਾਬ ਮੰਗਦੀ ਹੈ। ਹਿਸਾਬ ਦੇਣ ਜਥੇਦਾਰ ਜੀ ਲੌਂਗੋਵਾਲ ਸਾਹਿਬ, ਜਵਾਬ ਦੇਣ ਜਥੇਦਾਰ ਹਰਪ੍ਰੀਤ ਸਿੰਘ ਜੀ, ਹਿਸਾਬ ਦੇਣ। ਜਦੋਂ ਉੱਥੇ ਜਾਂਦੇ ਆ ਸਾਡੇ ਸਿੰਘ ਜਥੇਬੰਦੀਆਂ ਦੇ ਨੁਮਾਇੰਦੇ ਤਾਂ ਉਹਨਾਂ ਨੂੰ ਡਾਂਗਾਂ ਭਰਾਈਆਂ ਜਾਂਦੀਆਂ, ਉਹਨਾਂ ਨੂੰ ਜ਼ਖਮੀ ਕੀਤਾ ਜਾਂਦਾ। ਤੁਸੀਂ ਹਿਸਾਬ ਦਿਓ, ਡਾਂਗਾਂ ਭਰਾਉਣ ਦਾ ਕੀ ਕੰਮ ਹੈ? 328 ਪੁੱਛ ਰਹੀ ਹੈ ਸਿੱਖ ਸੰਗਤ ਵੀ, ਦੱਸੋ ਕਿੱਥੇ ਹੈ ਉਹਦਾ ਹਿਸਾਬ ਦੱਸੋ। ਐਜੀਪੀਸੀ ਦਾ ਕਹਿਣਾ ਕਿ ਜਾਂਚ ਚੱਲ ਰਹੀ ਹੈ, ਹਲੇ ਜਾਂਚ ਦਾ ਹੋਣੀ ਬਾਕੀ ਆ। ਪਹਿਲਾਂ ਹੀ ਜਿਹੜਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੁੱਲੜਬਾਜੀ ਕਰਕੇ ਹਰਿਮੰਦਰ ਸਾਹਿਬ ਦੇ ਗਲਿਆਰੇ ਦੇ ਵਿੱਚ। ਉਹਨਾਂ ਨੇ ਇਹ ਵੀ ਆਰੋਪ ਲਾਇਆ ਕਿ ਪਹਿਲਾਂ ਜਿਹੜੀ ਲੜਾਈ ਦੀ ਸ਼ੁਰੂਆਤ ਆ ਜਥੇਬੰਦੀਆਂ ਵੱਲੋਂ ਕੀਤੀ ਗਈ ਆ। ਦੇਖੋ ਕਿੰਨੀ ਦੇਰ ਤੋਂ ਚੱਲ ਰਿਹਾ ਇਹ ਕਿੰਨੀ ਕੁ ਬੜੀ ਹੈ ਜਿਹੜੀ ਜਾਂਚ ਇਹ ਕਰ ਰਹੇ ਹੈ। ਇਹ ਤਾਂ ਸਾਰੀ ਚੀਜ਼ ਆਪਾਂ ਨੂੰ ਪਤਾ ਹੁੰਦੀ ਵੀ ਚੀਜ਼ ਆਪਣੀ ਕਿੱਥੇ ਤੋਂ ਕਿੱਥੇ ਗਈ। ਜਿਹੜੇ ਹਿਸਾਬ ਕਿਤਾਬ ਵਾਸਤੇ ਰੱਖੇ ਉਹਨਾਂ ਨੂੰ ਸਭ ਨੂੰ ਪਤਾ ਕਿ ਜੇ ਇੱਕ ਸਰੂਪ ਵੀ ਕਿਤੇ ਗਿਆ ਉਹਦਾ ਵੀ ਹਿਸਾਬ ਕਿਤਾਬ ਰੱਖਿਆ ਜਾਂਦਾ। ਇਹ ਤਾਂ 328 ਲਾਪਤਾ ਹੋਏ ਹੈ। ਇਹਦਾ ਦੇਖੋ ਜਿਹਨਾਂ ਕੋਲ ਹਿਸਾਬ ਹੈ, ਇਹਦਾ ਹਿਸਾਬ ਤਾਂ ਇੱਕ ਦਿਨ 'ਚ ਹੋ ਜਾਂਦਾ। ਜੇ ਹੁਣ ਸਾਲਾਂ ਬੱਧੀ ਹਿਸਾਬ ਥੋੜੀ ਚੱਲਦੇ ਆ। ਇਹ ਤਾਂ ਇੱਕ ਕੌਮ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਹੇ ਆ। ਸਿੱਖ ਕੌਮ ਨੂੰ ਪਿਛਲੇ 12 ਸਾਲ ਤੋਂ ਇੱਕ ਹੀ ਪਾਰਟੀ, ਇੱਕ ਹੀ ਜਥੇਬੰਦੀ ਉਹਦੇ ਤੇ ਕਬਜ਼ਾ ਹੈ। ਇਸ ਕਰਕੇ ਇਹ ਸਭ ਹੋ ਰਿਹਾ। ਉਹਨਾਂ ਤੇ ਕੋਈ ਹਿਸਾਬ ਨਹੀਂ ਮੰਗਿਆ ਜਾ ਰਿਹਾ ਤੇ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਜਿਹੜੀ ਸਾਡੀ ਸਿੱਖ ਕੌਮ ਹੈ ਇਹਨਾਂ ਨੂੰ ਪਲਟੀ ਦੇਵੇਗੀ ਤੇ ਚੰਗੇ ਸਾਫ਼ ਸੁਥਰੇ ਅਕਸ਼ ਵਾਲੇ ਸਿੰਘ ਸ਼੍ਰੋਮਣੀ ਕਮੇਟੀ ਜਾਣਗੇ। ਤੁਸੀਂ ਕਿਹਾ ਇੱਕੋ ਹੀ ਪਾਰਟੀ ਜਿਹੜੀ ਕਾਬਜ਼ ਆ ਜੀਪੀਸੀ ਤੇ ਇਹੀ ਜਿਹੜੇ ਆਰੋਪ ਲਾ ਰਹੇ ਆ ਅਕਾਲੀ ਦਲ ਦੇ ਲੀਡਰ ਵੀ ਲਾ ਰਹੇ ਆ ਵੀ ਕਾਂਗਰਸ ਜਿਹੜੀ ਹੈਗੀ ਹੈ ਕਬਜ਼ਾ ਕਰਨਾ ਚਾਹੁੰਦੀ ਆ ਇੱਥੇ ਜੀਪੀਸੀ ਤੇ। ਕੀ ਗੱਲ ਕਿਵੇਂ ਦੇਖਦੇ ਹੋ? ਦੇਖੋ ਕਾਂਗਰਸ ਦਾ ਮੈਨੂੰ ਪਤਾ ਨਹੀਂ, ਨਾ ਤਾਂ ਕਦੇ ਅੱਜ ਤੱਕ ਉਹਨਾਂ ਨੇ ਦਖਲਅੰਦਾਜ਼ੀ ਕਰੀ ਇਸ ਗੱਲ ਦੇ ਵਿੱਚ, ਨਾ ਕਦੇ ਕਰੂਗੀ ਕਿਉਂਕਿ ਉਹਨਾਂ ਦੇ ਕੰਮ ਨਹੀਂ। ਜਿਨ੍ਹਾਂ ਦੇ ਕੰਮ ਹੈ ਸਿੱਖਾਂ ਦੇ, ਜਿਹੜੇ ਜਥੇਬੰਦੀਆਂ ਦੇ ਕੰਮ ਹੈ ਤੇ ਭਾਈ ਰਣਜੀਤ ਸਿੰਘ ਹੈਗਾ, ਹੋਰ ਸਿੱਖ ਕੌਮ ਸਾਡੇ ਬਹੁਤ ਜਿਹੜੇ ਸੁਘੜ ਸਿਆਣੇ ਸਾਡੇ ਕੌਮ ਦੇ ਉਹ ਕਰਨਗੇ ਇਹਨਾਂ ਦੀ ਅਗਵਾਈ। ਕਾਂਗਰਸ ਨੂੰ ਤਾਂ ਜ਼ਰੂਰਤ ਹੀ ਨਹੀਂ ਹੈਗੀ। ਕਾਂਗਰਸ ਆਪਣੀ ਰਾਜਨੀਤੀ ਕਰਦੀ, ਉਹ ਆਪਣੀ ਰਾਜਨੀਤੀ ਪਾਰਟੀ ਹੈਗੀ, ਉਹ ਰਾਜਨੀਤੀ ਪਾਰਟੀ ਕਰੂਗੀ। ਸਿੱਖ ਕੌਮ 'ਚ ਬਹੁਤ ਜਥੇਬੰਦੀਆਂ ਜਿਹੜੀਆਂ ਇਹ ਸੰਘਰਸ਼ ਲੜਦੀਆਂ, ਇਹ ਵੋਟਾਂ ਲੜੂਗੀਆਂ, ਗੁਰਦੁਆਰਿਆਂ ਦੇ ਉੱਪਰ ਇਹ ਲੜੂਗੇ ਤੇ ਉਹਨਾਂ ਦੇ ਕਬਜ਼ੇ ਜਿਨ੍ਹਾਂ ਦੇ ਹੋਏ ਉਹਨਾਂ ਦੇ ਛੁਡਾਉਣਗੇ ਕਬਜ਼ਿਆਂ ਨੂੰ। ਬਿਲਕੁਲ ਜੀ, ਇਹਨਾਂ ਦਾ ਕਹਿਣਾ ਕਿ ਜੋ ਵੀ ਆਰੋਪ ਲਾਏ ਜਾ ਰਹੇ ਜੀਪੀਸੀ ਵੱਲੋਂ ਜਾਂ ਅਕਾਲੀ ਦਲ ਵੱਲੋਂ ਕਾਂਗਰਸ ਦੇ ਉੱਤੇ ਉਹ ਬੇਬੁਨਿਆਦ ਹੈ। ਬਲਕਿ ਜਿਹੜਾ ਹੈਗਾ ਅਕਾਲੀ ਦਲ ਵੱਲੋਂ ਕਬਜ਼ਾ ਕੀਤਾ ਹੋਇਆ ਕਾਫੀ ਸਮੇਂ ਤੋਂ। ਪਰੰਤੂ ਜਿਸ ਤਰ੍ਹਾਂ ਮਾਨਯੋਗ ਜਥੇਦਾਰ ਸਾਹਿਬ ਦੇ ਪੁਤਲੇ ਫੂਕੇ ਜਾ ਰਹੇ ਆ, ਪ੍ਰਧਾਨ ਜੀ ਦੇ ਪੁਤਲੇ ਫੂਕੇ ਜਾ ਰਹੇ ਆ, ਬੜਾ ਹੀ ਮਦਭਾਗਾ ਹੈ ਕਿਉਂਕਿ ਸਿੱਖ ਕੌਮ ਦੇ ਜੋ ਜਥੇਦਾਰ ਆ ਉਹਨਾਂ ਦੇ ਇਸ ਤਰ੍ਹਾਂ ਪੁਤਲੇ ਫੂਕੇ ਜਾਣਾ ਵਾਕਈ ਬੜਾ ਮਦਭਾਗਾ ਹੈ। ਤੇ ਜੋ ਬੀਤੇ ਦਿਨੀ ਅੰਮ੍ਰਿਤਸਰ ਦੇ ਗਲਿਆਰੇ ਦੇ ਵਿੱਚ ਝੜਪ ਹੋਈ ਹੈ ਜਥੇਬੰਦੀਆਂ ਤੇ ਟਾਸਕ ਫੋਰਸ ਦੇ ਵਿਚਕਾਰ, ਉਹ ਵੀ ਬੜੀ ਮਦਭਾਗੀ ਹੈ ਕਿਉਂਕਿ ਇਸ ਦੇ ਨਾਲ ਸਿੱਖ ਕੌਮ ਦੀ ਪੂਰੇ ਦੁਨੀਆ ਦੇ ਵਿੱਚ ਬਦਨਾਮੀ ਹੋ ਰਹੀ ਹੈ। ਸਿੱਖਾਂ ਦੀ ਜਿਹੜੀ ਕਿਤੇ ਨਾ ਕਿਤੇ ਬਦਨਾਮੀ ਹੋ ਰਹੀ ਆ। ਇਸ ਮਾਮਲੇ ਨੂੰ ਆਪਸ ਵਿੱਚ ਬੈਠ ਕੇ ਸੁਲਝਾ ਲੈਣਾ ਚਾਹੀਦਾ। ਐਜੀਪੀਸੀ ਨੂੰ ਵੀ ਜਿਹੜਾ ਇਸ ਦਾ ਜਵਾਬ ਦੇ ਦੇਣਾ ਚਾਹੀਦਾ। ਜਥੇਬੰਦੀਆਂ ਦਾ ਬਿਠਾ ਕੇ ਟੇਬਲ ਤੇ ਜਿਹੜੀ ਹੈਗੀ ਆ ਗੱਲਬਾਤ ਹੋਣੀ ਚਾਹੀਦੀ ਆ। ਇਸ ਤਰ੍ਹਾਂ ਜਨਤਕ ਤੌਰ ਤੇ ਨੁਮਾਇਸ਼ ਕਰਨੀ ਆਪਣੇ ਧਰਮ ਦੀ, ਆਪਣੇ ਜਥੇਦਾਰਾਂ ਦੀ ਕਿਤੇ ਨਾ ਕਿਤੇ ਬੜਾ ਮਦਭਾਗਾ ਹੈ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਕੌਮ ਦੇ ਲਈ ਘਾਤਕ ਸਿੱਧ ਹੋ ਸਕਦਾ ਹੈ। ਰੂਪਨਗਰ ਤੋਂ ਕੈਮਰਾਮੈਨ ਰਵੀ ਦੇ ਨਾਲ ਸੱਜਣ ਸਿੰਘ ਸੈਣੀ, ਪੰਜਾਬੀ ਲੋਕ ਚੈਨਲ।